किसनु कहिए नानका सब किछ आपे आप, सब किछ आपे आप, सब किछ आपे आप। बड़ी बड़कियां बड़ियाइयां किछ कहना कहन न जाए, सो करता कादर करी। दे जिया रिज़्क़ संभाए, साहिकार कमावणी। तुर चोडी इन पाए, नानके की बारी। और दूजी नहीं जाए, सो करे जे रजाए 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 सुन। वाहिगुरु जी का खालसा, वाहिगुरु जी की फतेह फतेह। वाहिगुरु जी का खालसा, वाहिगुरु जी की फतेह, वाहिगुरु जी की फतेह, वाहिगुरु जी की फतेह। वाहिगुरु जी का खालसा, वाहिगुरु जी की फतेह। पौड़ी वड्डे कियां वड्डियाइयां किछ कहना कहन ना जाए, सो करता कादर करीम। दे जियां रिज़्क़ संभाए, साई कार कमावणी। तुर चोडी तिल पाए, नानके की बाहरी। और दूजी नाही जाए, सो करे जित सर जाए, सो करे जित सर जाए। सुध धन धन सतगुरु श्री गुरु ग्रंथ साहिब महाराज सच्चे पातशाह जी का कोटान कोट शुक्र है, जिन्होंने अपार मेहर बख्शिश करके अमृत वेले पवित्र हजूरी अंदर शब्द कीर्तन नाल जुड़ करके सत्संग दे लाहे बख्शे। गरीब नवाज सरबत पढ़िया सुनिया लेखे लाउण गुरु चरणा नाल बण आवे। आओ सरम करी लड़ी बार गो शब्द विचार। सत्कारयोग ज्ञानी दविंदर सिंह जी होरां पासों वाहिगुरु जी का खालसा, वाहिगुरु जी की फतेह। तनासरी महला पंजवा। कर किरपा दियो मोहे नामा, बंधन ते छुटकाए। मन ते बिसरियो सगलो धंधा, गुर की चरणी लाए। साध संग चिंत बिरानी छाड़ी, अहं बुद्ध मोह मन बासन। दे कर गड्ढा गाड़ी रहाओ, ना को मेरा दुश्मन रहया। ना हम किसके बैराई। ब्रह्म पसार पसारियो भीतर, सतगुर ते सुझी पाई। सबको मीत हमें आपन कीना, हम सबना के साजम। दूर परायो मन का बिरहा, तामेल कियो मेरे राजन। बिन से ढीठा अमृत बूठा, शब्द लगो गुर मीठा। जल थल महियल सर्ब निवासी, नानक रमैया डिठा। बिन से ढीठा अमृत बूठा, शब्द लगो गुर मीठा। जल थल महियल सर्ब निवासी, नानक रमैया डिठा।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਹਿਬਾਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੀ ਗੁਰੂ ਦੇ ਪਿਆਰ ਵਾਲੀ ਗੁਰੂ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਮਿਹਰ ਕਿਰਪਾ ਰਹਿਮਤ ਦਾ ਸਦਕਾ ਅੰਮ੍ਰਿਤ ਵੇਲੇ ਗੁਰੂ ਚਰਨਾਂ ਵਿੱਚ ਹਾਜ਼ਰੀ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਅੰਮ੍ਰਿਤ ਵੇਲੇ ਤੋਂ ਨਿਤਨੇਮ ਦੀਆਂ ਬਾਣੀਆਂ ਦੇ ਜਾਪ ਹੋਏ, ਆਸਾ ਜੀ ਦੀ ਵਾਰ ਦੇ ਕੀਰਤਨ ਗੁਰਮੁਖਾਂ ਪਾਸੋਂ ਸਰਵਣ ਕੀਤੇ ਨੇ ਤੇ ਚੱਲ ਰਹੀ ਲੜੀਵਾਰ ਕਥਾ ਅੰਮ੍ਰਿਤਮਈ ਬਾਣੀ ਦੀ ਸਰਵਣ ਕਰਨ ਲਈ ਗੁਰੂ ਚਰਨਾਂ ਵਿੱਚ ਜੁੜ ਕੇ ਬੈਠੇ ਹਾਂ। ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 671 ਅੰਕ 'ਤੇ ਸੁਸ਼ੋਭਿਤ ਹੈ। ਧਨਾਸਰੀ ਰਾਗ ਮਹੱਲਾ ਪੰਜਵਾਂ, ਪੰਜਵੇਂ ਪਾਤਸ਼ਾਹ ਜੀ ਦੇ ਬਚਨ ਨੇ। ਕਰ ਕਿਰਪਾ ਦਿਓ ਮੋਹਿ ਨਾਮਾ, ਬੰਧਨ ਤੇ ਛੁਟਕਾਏ। ਸੰਸਾਰ ਦੇ ਵਿੱਚ ਹਰ ਕੋਈ ਬੰਧਨਾਂ ਦੇ ਵਿੱਚ ਪਿਆ ਹੋਇਆ ਹੈ। ਜਿਹੜੇ ਸੰਸਾਰਕ ਬੰਧਨ ਨੇ, ਜਦੋਂ ਬੰਦਾ ਇਹਨਾਂ ਬੰਧਨਾਂ ਦੇ ਵਿੱਚ ਪੈਂਦਾ ਉਹ ਡੁੱਬਦਾ ਹੈ। ਜਦੋਂ ਇਹ ਗੁਰੂ ਦੇ ਬੰਧਨਾਂ 'ਤੇ ਪੈਂਦਾ ਉਹਨੂੰ ਬੰਦਗੀ ਕਿਹਾ ਜਾਂਦਾ। ਜਦੋਂ ਗੁਰੂ ਦੇ ਬੰਧਨਾਂ 'ਚ ਪੈਂਦਾ ਉਦੋਂ ਇਹ ਤਰਦਾ ਹੈ। ਬੇੜੀ 'ਚ ਬੈਠ ਜਾਂਦਾ ਇਹ ਤਰ ਜਾਂਦਾ। ਉਹ ਬੇੜੀ ਦਾ ਇੱਕ ਬੰਧਨ ਹੈ। ਜੇ ਹੁਣ ਬੇੜੀ 'ਚੋਂ ਬਾਹਰ ਨਿਕਲੇਗਾ ਉਹ ਡੁੱਬੇਗਾ, ਜੇ ਬੇੜੀ 'ਚ ਬੈਠੇਗਾ ਉਹ ਤਰੇਗਾ। ਗੁਰੂ ਦੇ ਬੰਧਨ, ਜਿਹੜੀ ਗੁਰੂ ਦੀ ਰਹਿਤ ਹੈ, ਜੋ ਗੁਰੂ ਦੀ ਰਹਿਤ ਹੈ, ਉਸ ਰਹਿਤ ਅਨੁਸਾਰ ਆਪਣਾ ਜੀਵਨ ਇਹ ਜਿਉਂਦਾ ਅਤੇ ਇਹ ਤਰਦਾ ਹੈ। ਜੇ ਸੰਸਾਰਕ ਬੰਧਨਾਂ ਦੇ ਵਿੱਚ ਆਪਣੇ ਆਪ ਨੂੰ ਇਹ ਬੰਨ੍ਹਦਾ ਹੈ ਅਤੇ ਇਹ ਡੁੱਬਦਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਕਹਿੰਦੇ ਹੁਣ ਮੇਰੇ 'ਤੇ ਰਹਿਮਤ ਹੋ ਗਈ। ਜਿਹੜੇ ਸੰਸਾਰ ਦੇ ਰਸ ਸੀ ਇਹ ਮੇਰੇ ਲਈ ਬੰਧਨ ਬਣੇ ਹੋਏ ਸੀ। ਸੰਸਾਰਕ ਰਸ ਬੰਦੇ ਦੇ ਬੰਧਨ ਬਣ ਜਾਂਦੇ। ਆਪਾਂ ਕਹਿੰਦੇ ਮੈਂ ਦੇਖੇ ਤੋਂ ਬਿਨਾਂ ਨਹੀਂ ਰਹਿ ਸਕਦਾ, ਮੈਂ ਖਾਣ ਤੋਂ ਬਿਨਾਂ ਨਹੀਂ ਰਹਿ ਸਕਦਾ, ਮੈਂ ਆ ਸੁਣਨ ਤੋਂ ਬਿਨਾਂ ਨਹੀਂ ਰਹਿ ਸਕਦੇ। ਸਾਰੇ ਬੰਧਨ ਹੁੰਦੇ ਨੇ ਬੰਦੇ ਦੇ। ਅਤੇ ਹੁਣ ਮੇਰੇ 'ਤੇ ਰਹਿਮਤ ਹੋ ਗਈ, ਉਹਨੇ ਮੈਨੂੰ ਆਪਣਾ ਨਾਮ ਦੇ ਦਿੱਤਾ। ਭਰਾ ਬਾਣੀ ਦਾ ਜਿਹੜਾ ਬ੍ਰਹਮ ਗਿਆਨ ਆ ਨਾ, ਮੈਨੂੰ ਇਹਦੀ ਸੋਝੀ ਦੇ ਦਿੱਤੀ ਹੈ। ਜਿਸ ਨੂੰ ਗੁਰਬਾਣੀ ਦੇ ਵਿੱਚੋਂ ਰਸ ਆਉਣ ਲੱਗ ਪੈਂਦਾ ਹੈ ਅਤੇ ਉਹਨੂੰ ਬਾਕੀ ਜਿਹੜੇ ਰਸ ਨੇ ਵਿਸਰ ਜਾਂਦੇ। ਜਿਹੜੇ ਬੰਧਨ ਬਣੇ ਹੋਏ ਸੀਗੇ ਉਹ ਰਸ ਸਾਰੇ ਵਿਸਰ ਗਏ, ਉਹ ਬੰਧਨ ਹੀ ਖਤਮ ਹੋ ਗਏ। ਜਿੰਨਾ ਚਿਕਰ ਗੁਰਬਾਣੀ ਦਾ ਰਸ ਨਹੀਂ ਆਉਂਦਾ ਉਨਾ ਚਿਕਰ ਇਹ ਸੰਸਾਰ ਦੇ ਬੰਧਨ ਇਹਨੂੰ ਛੱਡਦੇ ਨਹੀਂ। ਜਦੋਂ ਗੁਰਬਾਣੀ ਦਾ ਰਸ ਆ ਜਾਂਦਾ ਹੈ ਫਿਰ ਸੰਸਾਰ ਦੇ ਬੰਧਨ, ਸੰਸਾਰ ਦੇ ਰਸ ਜਿਹੜੇ ਬੰਧਨ ਬਣ ਗਏ ਸੀ, ਕਹਿੰਦਾ ਲੋੜ ਹੀ ਨਹੀਂ, ਕਹਿੰਦਾ ਮੈਨੂੰ ਚੰਗਾ ਹੀ ਨਹੀਂ ਲੱਗਦਾ, ਅਤੇ ਉਹਨਾਂ 'ਚੋਂ ਇਹ ਮੁਕਤ ਹੋ ਜਾਂਦਾ ਹੈ। ਮਨ ਤੇ ਬਿਸਰਿਓ ਸਗਲੋ ਧੰਦਾ, ਗੁਰ ਕੀ ਚਰਣੀ ਲਾਏ। ਸਾਰੇ ਧੰਦੇ ਨੇ। ਮਹਾਰਾਜ ਕਹਿੰਦੇ ਤੁਧ ਸੰਸਾਰ ਉਪਾਇਆ, ਸਿਰੇ ਸਿਰ ਧੰਦੇ ਲਾਇਆ। ਹਰ ਕੋਈ ਧੰਦਿਆਂ ਦੇ ਵਿੱਚ ਫਸਿਆ ਹੋਇਆ। ਮਹਾਰਾਜ ਨੇ ਧੰਦਿਆਂ 'ਚੋਂ ਨਿਕਲਣ ਵਾਸਤੇ ਧਰਮ ਬਣਾਇਆ ਸੀ ਮਹਾਰਾਜ, ਪਰ ਬੰਦੇ ਨੇ ਧਰਮ ਨੂੰ ਹੀ ਧੰਦਾ ਬਣਾ ਲਿਆ। ਧਰਮ ਧੰਦਾ ਬਣਾ ਲਿਆ ਜਿਹਦੇ ਕਰਕੇ ਹੋਰ ਫਸ ਗਿਆ। ਹੁਣ ਜਿਨ੍ਹਾਂ ਨੇ ਧਰਮ ਧੰਦਾ ਬਣਾਇਆ ਫਸੇ ਪਏ ਨੇ, ਬਹੁਤ ਘੱਟ ਨੇ। ਜਿਨ੍ਹਾਂ ਨੇ ਧਰਮ ਨੂੰ ਤਰਨ ਵਾਸਤੇ ਇੱਕ ਜਹਾਜ਼ ਰੱਖਿਆ, ਬੇੜੀ ਰੱਖੀ ਵੀ ਹਾਂ ਇਹ ਤੁਸੀਂ ਤਰਨਾ, ਉਹ ਨਿਕਲ ਗਏ। ਹੁਣ ਬਹੁਤ ਐਸੇ ਵੀ ਨੇ ਜਿਨ੍ਹਾਂ ਨੇ ਧੰਦੇ ਨੂੰ ਹੀ, ਸੋ ਜਿਹੜਾ ਧੰਦਾ ਉਹਦੇ ਵਿੱਚੋਂ ਧਰਮ ਕਮਾਇਆ, ਆਪਣਾ ਜਿਹੜਾ ਕਾਰੋਬਾਰ ਆ ਉਹਨੂੰ ਆਪਣੇ ਅੰਦਰ ਧਰਮ ਲੈ ਕੇ ਚੱਲਿਆ, ਕਾਰੋਬਾਰ ਨੂੰ ਉਹ ਵੀ ਤਰ ਗਿਆ। ਮਹਾਰਾਜ ਕਹਿੰਦੇ ਜਿਹੜੇ ਧੰਦਾ ਸੀ ਨਾ, ਧੰਦਾ ਉਹ ਸਾਰਾ ਮਨ ਦੇ ਵਿੱਚੋਂ ਵਿਸਰ ਗਿਆ। ਕਦੋਂ ਵਿਸਰਿਆ? ਜਦੋਂ ਗੁਰੂ ਦੇ ਚਰਣੀ ਲੱਗੇ। ਗੁਰੂ ਦੇ ਚਰਨ ਕੀ ਹੈ? ਸ਼ਬਦ। ਧੰਦਿਆਂ ਵਿੱਚੋਂ ਉਦੋਂ ਨਿਕਲਦਾ ਜਦੋਂ ਚਰਣੀ ਲੱਗਦਾ, ਜਦੋਂ ਸ਼ਬਦ ਦੇ ਨਾਲ ਇਹਦਾ ਲਗਾਅ ਬਣਦਾ।
ਚਾਹੇ ਧਾਰਮਿਕ ਹੈ, ਕਿਸੇ ਧਰਮ ਨੂੰ ਮੰਨਦਾ ਚਾਹੇ ਨਹੀਂ ਮੰਨਦਾ, ਪਰ ਜਦੋਂ ਹੀ ਧੰਦਿਆਂ ਵਿੱਚੋਂ ਨਿਕਲਿਆ ਉਹਦੇ ਚਰਣੀ ਲੱਗਿਆ, ਇਹ ਤਾਂ ਤਰਿਆ। ਪਾਤਸ਼ਾਹ ਕਹਿੰਦੇ ਧਰਮ ਦਾ ਲੈਵਲ ਲਾ ਕੇ ਕੋਈ ਤਰ ਨਹੀਂ ਸਕਦਾ। ਜੇ ਧੰਦਾ ਆ ਫੇਰ ਡੁੱਬੇਗਾ, ਸੋ ਜੇ ਚਰਣੀ ਲੱਗਿਆ ਧੰਦਾ ਵਿਸਰ ਗਿਆ ਫੇਰ ਤਰੇਗਾ। ਕਹਿੰਦੇ ਸਾਧ ਸੰਗ ਚਿੰਤ ਬੇਰਾਨੀ ਛਾਡੀ। ਬਰਾਨੀ ਬਗਾਨੀਆਂ ਹੀ ਚਿੰਤਾ ਨੇ ਸਾਰੀਆਂ। ਸੋ ਅਸੀਂ ਕਹਿੰਦੇ ਸਾਡੇ ਟੱਬਰ ਦੀ ਚਿੰਤਾ, ਜਦੋਂ ਮਹਾਰਾਜ ਕਹਿੰਦੇ ਨਾ ਵੀ ਅੰਤ ਨਵੇਰਾ ਤੇਰੇ ਜੀ ਪੈ ਲੀਜੈ, ਵੀ ਜਦੋਂ ਲੇਖਾ ਹੋਣਾ ਉਸ ਵੇਲੇ ਤਾਂ ਤੂੰ ਇਕੱਲਾ ਹੋਣਾ, ਤੇਰੇ ਨਾਲ ਨਾ ਮਾਂ ਨਾ ਭੈਣ ਨਾ ਭਾਈ, ਸੋ ਪਤੀ ਪਤਨੀ ਕੋਈ ਵੀ ਜੋ ਵੀ ਰਿਸ਼ਤਾ ਹੈ ਸੰਸਾਰ ਦੇ ਵਿੱਚ, ਜਦੋਂ ਲੇਖਾ ਹੋਵੇਗਾ ਕਿਸੇ ਨੇ ਤੇਰੇ ਨਾਲ ਨਹੀਂ ਖੜਨਾ। ਸੋ ਅੰਤ ਨਵੇਰਾ ਤੇਰੇ ਜੀ ਪੈ ਲੀਜੈ, ਜੋ ਤੂੰ ਕਰਮ ਕੀਤੇ ਹੋਏ ਨੇ ਉਹਦਾ ਲੇਖਾ ਤੈਨੂੰ ਦੇਣਾ ਪੈਣਾ। ਜਿੰਨਾ ਚਿਕਰ ਮੈਂ ਸੰਸਾਰ 'ਚ ਰਹਿਣਾ, ਬਗਾਨੀ ਚਿੰਤਾ ਨੇ ਉਹਨੂੰ ਜ਼ਿਆਦਾ ਦੁਖੀ ਕੀਤਾ ਹੋਇਆ। ਸੋ ਬਗਾਨੀ ਚਿੰਤਾ ਸੁਭਾਵ ਆਪਣੇ ਟੱਬਰ ਵਾਸਤੇ ਚਿੰਤਾ। ਜੇ ਆਪਣੇ ਸਰੀਰ ਦੀਆਂ ਲੋੜਾਂ ਦੀ ਚਿੰਤਾ ਕਰਨੀ ਵੀ ਬਗਾਨੀ ਚਿੰਤਾ ਹੈ। ਜਿਹੜੀਆਂ ਸਰੀਰ ਦੀਆਂ ਲੋੜਾਂ ਹੁੰਦੀਆਂ ਬਗਾਨੀ। ਜੀ ਦੀ ਚਿੰਤਾ ਤਾਂ ਕਰਦੇ ਨਹੀਂ, ਸਰੀਰ ਦੀ ਚਿੰਤਾ ਕਰਦਾ ਹੈ। ਮਨ ਦੀ ਚਿੰਤਾ ਕਰ, ਜਿਹੜਾ ਭਟਕਦਾ ਫਿਰਦਾ, ਇਹ ਪਰਦੇਸੀ ਹੋਇਆ ਫਿਰਦਾ, ਇਹਦਾ ਅੱਜ ਤੱਕ ਕੋਈ ਘਰ ਘਾਟ ਨਹੀਂ ਬਣਿਆ। ਵਾਸ਼ਨਾ ਦੇ ਅਨੁਸਾਰ ਇਹਨੂੰ ਸਰੀਰ ਮਿਲੀ ਜਾ ਰਹੇ ਨੇ। ਸੋ ਫਿਰ ਉਸ ਸਰੀਰ ਦੀ ਚਿੰਤਾ। 84 ਲੱਖ ਜੋਨਾਂ ਭੋਗੀਆਂ, ਹੁਣ ਅਖੀਰਲੀ ਪੌੜੀ 'ਤੇ ਆ ਗਿਆ। ਸਾਰੀਆਂ ਜੋਨਾਂ ਦੇ ਵਿੱਚ ਸਰੀਰ ਦੀ ਚਿੰਤਾ ਰੱਖੀ ਹੈ। ਜੇ ਪਕਸ਼ੀ ਦਾ ਸਰੀਰ ਮਿਲਿਆ ਤਾਂ ਚੋਗਾ ਚੁਗਣ ਦੀ ਚਿੰਤਾ, ਪਸ਼ੂ ਦਾ ਸਰੀਰ ਮਿਲਿਆ ਤਾਂ ਘਾਹ ਚਰਨ ਦੀ ਚਿੰਤਾ। ਸੋ ਹਰੇਕ ਜੋਨ ਵਿੱਚ ਤੈਨੂੰ ਸਰੀਰ ਦੀ ਚਿੰਤਾ ਰੇ, ਬਗਾਨੀ ਚਿੰਤਾ, ਇਹਨੇ ਕਿਹੜਾ ਤੇਰੇ ਨਾਲ ਰਹਿਣਾ। ਹੁਣ ਮਨੁੱਖਾਂ ਦੇ ਹੀ ਮਿਲੀ ਆ ਸਰੀਰ ਦੀ ਚਿੰਤਾ, ਰਹਿਣ ਦੀ ਚਿੰਤਾ ਆ, ਖਾਣ ਦੀ ਚਿੰਤਾ ਆ, ਪਹਿਨਣ ਦੀ ਚਿੰਤਾ ਆ। ਜਿਹੜੀ ਸਰੀਰ ਦੀ ਚਿੰਤਾ ਵੀ ਬਗਾਨੀ ਚਿੰਤਾ ਹੈ। ਜਿਹੜੀ ਮਨ ਦੀ ਚਿੰਤਾ ਇਹ ਆਪਣੀ ਚਿੰਤਾ ਹੈ। ਭਟਕਦਾ ਫਿਰਦਾ ਭਾਈ, ਇਹਦਾ ਥਾਂ ਟਿਕਾਣਾ ਬਣਾ ਕੋਈ। ਸੋ ਦੇਖ ਇਹ ਕਿਵੇਂ ਇਹਦੀ ਜਿਹੜੀ ਜੋਤ ਹੈ ਕਿੱਦਾਂ ਪ੍ਰਗਟ ਹੋਣੀ ਆ। ਜੋਤ ਦਾ ਜਗਦੀ ਹੈ ਭਰਮ ਕਰਕੇ, ਜੋਤ ਭਰਮ ਦਾ ਹਨੇਰਾ ਕਰਕੇ ਹਨੇਰੇ ਨੇ ਜੋਤ ਦੱਬੀ ਹੋਈ ਹੈ। ਭਰਮ ਦੇ ਹਨੇਰੇ ਨੇ ਕਿਸੇ ਤਰੀਕੇ ਨਾਲ ਭਰਮ ਦੇ ਹਨੇਰੇ ਨੂੰ ਕੱਟ, ਉਹ ਜੋਤ ਦਾ ਉਜਾਲਾ ਹੋਵੇ, ਉਹਦੀ ਚਿੰਤਾ ਕਰ। ਉਹਦੀ ਚਿੰਤਾ ਨਹੀਂ। ਮਨ ਦੀ ਚਿੰਤਾ ਜਿਹੜੀ ਉਹ ਆਪਣੀ ਚਿੰਤਾ। ਸਰੀਰ ਦੀ ਚਿੰਤਾ ਬਗਾਨੀ ਚਿੰਤਾ ਹੈ। ਮਨ ਵਿੱਚ ਚਿੰਤਾ ਕਦੀ ਫੋਲ ਕੇ ਦੇਖੋ, ਮਨ ਵਿੱਚ ਚਿੰਤਾ ਕਾਹਦੀ ਹੈ? ਕਿਹੜਾ ਮਨ ਬੜਾ ਉਦਾਸ ਹੈ? ਕਦੀ ਫਰੋਲ ਕੇ ਦੇਖੋ ਆਪਣੇ ਆਪ ਨੂੰ, ਇਹ ਉਦਾਸੀ ਹੋਈ ਕਦੀ? ਜੇ ਤਾਂ ਉਦਾਸੀ ਇਹ ਹੁੰਦੀ ਹੈ ਵੀ ਇੰਨੇ ਜਨਮ ਹੋ ਗਏ ਅਤੇ ਅਜੇ ਤੱਕ ਗੱਲ ਨਹੀਂ ਬਣੀ, ਮਨ ਬਾਣੀ ਵਿੱਚ ਨਹੀਂ ਲੱਗਦਾ, ਫੇਰ ਮੰਨਦੇ ਆ ਵੀ ਹਾਂ ਮਨ ਦੀ ਚਿੰਤਾ ਆ। ਮਨ ਨੂੰ ਬੰਦਗੀ ਦਾ ਸਵਾਦ ਨਹੀਂ ਆਉਂਦਾ, ਬਾਣੀ ਦਾ ਰਸ ਨਹੀਂ, ਤਾਂ ਫੇਰ ਮਨ ਦੀ ਚਿੰਤਾ ਹੈ। ਮਨ ਕਦੀ ਦੇਖੋ ਅੰਦਰ ਝਾਕ ਕੇ, ਚਿੰਤਾ ਹੈ ਕਦੀ? ਸਾਰੀਆਂ ਸਰੀਰ ਦੀਆਂ ਚਿੰਤਾਵਾਂ ਨੇ। ਰਹਿਣ ਦੀ ਚਿੰਤਾ, ਖਾਣ ਦੀ ਚਿੰਤਾ, ਪੀਣ ਦੀ, ਇਹ ਮਨ ਦੀ ਚਿੰਤਾ ਥੋੜ੍ਹੀ। ਇਹਨਾਂ 'ਚ ਮਨ ਕੀ ਖਾਂਦਾ? ਇਹਨਾਂ 'ਚ ਮਨ ਕੀ ਪਹਿਨਦਾ? ਨਾ ਕੁਝ ਖਾਂਦਾ, ਨਾ ਪੀਂਦਾ, ਨਾ ਪਹਿਨਦਾ। ਮਨ ਦੀ ਭੁੱਖ ਜਿਹੜੀ ਭਾਈ, ਜਿਹੜੀ ਮਨ ਦੀ ਭੁੱਖ ਹੈ ਉਹਦੀ ਚਿੰਤਾ ਕਰਨ, ਉਹਦੀ ਕੋਈ ਚਿੰਤਾ ਨਹੀਂ। ਹੁਣ ਪਾਤਸ਼ਾਹ ਇੱਥੇ ਕਿਰਪਾ ਕਰਦੇ, ਕਹਿੰਦੇ ਆਹੰ ਬੁੱਧ ਮੋਹ ਮਨ ਬਾਸਨ ਦੇ ਕਰ ਗੜ੍ਹਾ ਗਾਡੀ। ਇਹ ਗੁਰੂ ਨੇ ਕਿਰਪਾ ਕਰ ਦਿੱਤੀ। ਜਿਹੜੀ ਹੰਕਾਰ ਵਾਲੀ ਬੁੱਧੀ ਸੀ ਨਾ, ਜਦੋਂ ਮਨ ਦੀ ਮੱਤ ਮਗਰ ਸੀ ਹੰਕਾਰ ਵਾਲੀ ਬੁੱਧ, ਇੱਕ ਉਹ ਹੋ ਗਈ। ਇੱਕ ਮਨ ਬਾਸਨ ਵਾਸ਼ਨਾ ਉਹ ਹੋ ਗਈ। ਇਹਨਾਂ ਨੂੰ ਕੀ ਕੀਤਾ? ਇੱਕ ਹੰਕਾਰ ਦੀ ਬੁੱਧ, ਇੱਕ ਮਨ ਦੀ ਵਾਸ਼ਨਾ। ਇਹਨਾਂ ਨੂੰ ਮਨ ਦੇ ਵਿੱਚ ਹੀ ਗੱਡਹਾ ਗੱਡ, ਡੂੰਘਾ ਟੋਆ ਪੁੱਟ ਕੇ ਵਿੱਚ ਗੱਡ ਦਿੱਤਾ। ਕਹਿੰਦੇ ਭੇਦ ਬੜਾ ਤੰਗ ਕੀਤਾ ਇਹਨਾਂ ਨੇ, ਵਾਸ਼ਨਾ ਨੇ ਬੜਾ ਤੰਗ ਕੀਤਾ, ਹੰਕਾਰ ਵਾਲੀ ਬੁੱਧ ਨੇ ਬੜਾ ਤੰਗ ਕੀਤਾ। ਕਹਿੰਦੇ ਇਹਨੂੰ ਨੱਪੇ ਹੀ ਦਿੱਤਾ, ਕਹਿੰਦੇ ਮਨ ਦੇ ਵਿੱਚ ਹੀ ਰਹਾਓ। ਨਾ ਕੋ ਮੇਰਾ ਦੁਸ਼ਮਨ ਰਹਿਆ, ਨਾ ਹਮ ਕਿਸ ਕੇ ਬੈਰਾਈ।
ਜਦੋਂ ਬੁੱਧੀ ਹੰਕਾਰ ਦੀ ਤੇ ਵਾਸ਼ਨਾ ਇਹਨਾਂ ਨੂੰ ਅੰਦਰ ਦੱਬ ਦਿੱਤਾ ਹੈ ਨਾ, ਬੜਾ ਭਾਰੀ ਬਦਲਾਅ ਆਇਆ। ਕਹਿੰਦੇ ਕੀ? ਕਹਿੰਦੇ ਨਾ ਮੇਰਾ ਕੋਈ ਦੁਸ਼ਮਣ ਰਹਿ ਗਿਆ, ਨਾ ਮੈਂ ਕਿਸੇ ਵਾਸਤੇ ਬੇਗਾਨਾ ਰਹਿ ਗਿਆ। ਬੈਰ ਆਈ, ਬੈਰ ਕਿਸੇ ਦੇ ਪ੍ਰਤੀ, ਕਿਉਂਕਿ ਮੇਰੇ ਅੰਦਰੋਂ ਕਿਸੇ ਦੇ ਪ੍ਰਤੀ ਜਿਹੜੀ ਦੁਸ਼ਮਣਤਾਈ ਸੀ ਖਤਮ ਹੋ ਗਈ। ਕਿਉਂਕਿ ਬੈਰ ਹੀ ਖਤਮ ਹੋ ਗਿਆ ਤੇ ਦੁਸ਼ਮਣਤਾਈ ਕਾਹਦੀ ਰਹਿ ਗਈ? ਮੇਰੇ ਅੰਦਰੋਂ ਬੈਰ ਖਤਮ ਹੋ ਗਿਆ, ਦੁਸ਼ਮਣਤਾਈ ਖਤਮ ਹੋ ਗਈ। ਕਹਿੰਦੇ ਬ੍ਰਹਮ ਪਸਾਰ ਪਸਾਰਿਓ ਭੀਤਰ, ਸਤ ਗੁਰ ਤੇ ਸੋਝੀ ਪਾਈ। ਮੈਨੂੰ ਗੁਰੂ ਜੀ ਪਾਸੋਂ ਇੱਕ ਸਮਝ ਮਿਲ ਗਈ ਕਿ ਸਾਰੇ ਪਾਸੇ ਉਹ ਬ੍ਰਹਮ ਜੋਤ ਦਾ ਪਸਾਰਾ ਹੈ, ਬ੍ਰਹਮ ਦਾ ਹੀ ਪਸਾਰਾ ਹੈ ਸਾਰੇ ਪਾਸੇ। ਸੋ ਬ੍ਰਹਮ ਬਿੰਦ ਨੂੰ ਜਾਣਨ ਵਾਸਤੇ ਤਦੇ ਮਹਾਰਾਜ ਨੇ ਕਹਿਤਾ ਬ੍ਰਹਮ ਬਿੰਦਾ ਤਿਸ ਦਾ ਬ੍ਰਹਮਤਰ ਹੈ, ਜੋ ਏਕ ਸ਼ਬਦ ਲਿਵ ਲਾਏ। ਬ੍ਰਹਮ ਨੂੰ ਪਹਿਚਾਨਣਾ ਗੁਰੂ ਦੀ ਕਿਰਪਾ ਦੇ ਨਾਲ ਮੈਨੂੰ ਇਹ ਸੋਝੀ ਪ੍ਰਾਪਤ ਹੋ ਗਈ। ਇਹ ਸਾਰੇ ਪਾਸੇ ਬ੍ਰਹਮ ਦਾ ਪਸਾਰਾ। ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ। ਇੱਕ ਹੋਰ ਜਦੋਂ ਹੰਕਾਰ ਵਾਲੀ ਬੁੱਧ ਗੱਡ ਦਿੱਤੀ ਨਾ ਮਨ 'ਚ, ਇੱਕ ਹੋਰ ਬੜਾ ਭਾਰੀ ਬਦਲਾਅ ਆ ਗਿਆ। ਉਹ ਕਿਹੜਾ? ਕਹਿੰਦੇ ਹੁਣ ਸਾਰਿਆਂ ਨੂੰ ਮੈਂ ਮਿੱਤਰ ਸਮਝਣ ਲੱਗ ਪਿਆ ਵੀ ਸਾਰੇ ਮੇਰੇ ਮਿੱਤਰ ਨੇ, ਸਾਰੇ ਮੇਰੇ ਆਪਣੇ ਨੇ। ਉਹਦੇ ਨਾਲ ਕੀ ਹੋਇਆ? ਜਦੋਂ ਮੈਂ ਸਭਨਾਂ ਨੂੰ ਮਿੱਤਰ ਸਮਝ, ਮੈਂ ਸਾਰਿਆਂ ਦਾ ਹੀ ਸੱਜਣ ਬਣ ਗਿਆ, ਸਾਰਿਆਂ ਦਾ ਸੱਜਣ ਬਣ ਗਿਆ। ਪਹਿਲੋਂ ਕੀ ਸੀ? ਪਹਿਲੋਂ ਸੋ ਮੈਨੂੰ ਲੱਗਦਾ ਵੀ ਆਹ ਮੇਰੇ ਨਾਲ ਨਫ਼ਰਤ ਕਰਦਾ, ਮੇਰੇ ਨਾਲ ਵੈਰ ਭਾਵਨਾ ਕਰਦਾ, ਪਹਿਲੋਂ ਇੱਦਾਂ ਦਾ ਸਿਸਟਮ ਸੀ। ਉਹ ਮੇਰਾ ਆਪਣਾ ਸੀਗਾ। ਜਦੋਂ ਹੀ ਆਪਣਾ ਮੈਂ ਆਪਣੇ ਮਨ 'ਚੋਂ ਵੈਰ ਭਾਵਨਾ ਕੱਢਿਆ ਤੇ ਫਿਰ ਸਾਰਿਆਂ ਦਾ ਮੈਂ ਸੱਜਣ ਬਣ ਗਿਆ। ਕਹਿੰਦੇ ਦੂਰ ਪਰਾਇਓ ਮਨ ਕਾ ਬਿਰਹਾ, ਤਾਂ ਮੇਲ ਕੀਓ ਮੇਰੇ ਰਾਜਨ। ਇਹ ਨਾ ਪਰਾਇਆਪਨ ਸੀ ਜਿਹੜਾ, ਇਹਦੇ ਨਾਲ ਦੂਰੀਆਂ ਬੜੀਆਂ ਹੋਈਆਂ ਸੀਗੀਆਂ। ਪਰਾਇਆਪਨ, ਜਦੋਂ ਭਰਾਵਾਂ ਦੇ ਵਿੱਚ ਦੂਰੀ ਬਣਦੀ ਹੈ ਨਾ ਜੀ, ਉਦੋਂ ਸਕੇ ਭਰਾ ਵੀ ਪਰਾਏ ਹੋ ਜਾਂਦੇ ਨੇ। ਦੂਰੀ ਵੱਧ ਗਈ ਨਾ। ਜੇ ਆਪਣਾ ਬਣਾਉਣਾ ਤਾਂ ਨੇੜਤਾ ਹੀ ਬਣਾਉਣੀ ਪੈਂਦੀ ਆ। ਕਿਸੇ ਬੇਗਾਨੇ ਦੇ ਨਾਲ ਨੇੜਤਾ ਬਣਾ ਲਓ, ਉਹ 'ਚ ਪਰਾਇਆਪਨ ਨਹੀਂ ਖਤਮ ਹੋ ਜਾਂਦਾ। ਕਿ ਐਸੇ ਵੀ ਨੇ ਸੋ ਇੰਨੀ ਨੇੜਤਾ ਆ, ਹਾਲਾਂਕਿ ਪਤਾ ਹੀ ਨਹੀਂ ਵੀ ਕਿਦਾ ਕਿਹੜਾ ਪਿੰਡ ਆ, ਕਿਹੜਾ ਥਾਂ ਆ, ਕਿੱਥੋਂ ਹੈ। ਅੱਛਾ, ਨੇੜਤਾ ਬਣ ਗਈ। ਨੇੜਤਾ ਇੰਨੀ ਬਣੀ, ਪਰਾਇਆਪਨ ਹੀ ਖਤਮ ਹੋ ਗਿਆ। ਨੇੜਤਾ ਜਿਹੜੀ ਆ ਪਰਾਇਆਪਨ ਖਤਮ ਕਰਦੀ ਹੈ, ਜਿਹੜੀ ਦੂਰੀ ਹੈ ਉਹ ਪਰਾਇਆਪਨ ਬਣਾਉਂਦੀ ਹੈ, ਵਧਾਉਂਦੀ ਹੈ। ਅਕਾਲ ਪੁਰਖ ਪਰਮਾਤਮਾ ਜਿਹੜਾ ਸੋ ਇਸ ਨੇ ਸਾਨੂੰ ਪੈਦਾ ਕੀਤਾ। ਮਹਾਰਾਜ ਗੁਰੂ ਸਾਹਿਬ ਦੱਸਦੇ, ਕਹਿੰਦੇ ਵੀ ਸਾਨੂੰ ਪੈਦਾ ਕਰਨੇ ਵਾਲਾ, ਰਿਜ਼ਕ ਦੇਣੇ ਵਾਲਾ, ਦਾਤਾਂ ਦੇਣੇ ਵਾਲਾ ਉਹੀ ਇੱਕੋ ਹੀ ਹੈ। ਉਹਦੇ ਨਾਲੋਂ ਦੂਰੀ ਬਣੀ ਹੋਈ ਹੈ, ਜਿਹਦੇ ਕਰਕੇ ਸਾਨੂੰ ਉਪਰਾ ਜਿਹਾ ਲੱਗਦਾ, ਪਰਾਇਆ ਲੱਗਦਾ। ਹੁਣ ਜੇ ਉਹਦੇ ਵਿੱਚ ਆਪਣੱਤ ਲਿਆਉਣੀ ਹੈ, ਦੂਰੀ ਨਾ ਬਣਾਓ। ਪਾਤਸ਼ਾਹ ਕਹਿੰਦੇ ਨੇੜਤਾ ਬਣਾਓ। ਨੇੜਤਾ ਕਿੱਦਾਂ ਬਣਦੀ? ਰੱਬ ਦੇ ਨਾਲ। ਨੇੜਤਾ ਬਣੇਗੀ ਜਦੋਂ ਅਸੀਂ ਬਾਣੀ ਦੀ ਵਿਚਾਰ ਕਰਾਂਗੇ। ਹੋਰ ਕੋਈ ਸਾਧਨ ਹੀ ਨਹੀਂ ਹੈ। ਕਿਉਂਕਿ ਦੇਖੋ ਰੱਬ ਦਿਸਦਾ ਨਹੀਂ, ਕਿੱਦਾਂ ਅਸੀਂ ਨੇੜਤਾ ਬਣਾ ਲਈਏ? ਉਹਦਾ ਐਡਰੈਸ ਨਹੀਂ ਹੈ ਸਾਡੇ ਪਾਸ, ਕੋਈ ਸਰਨਾਵਾ ਨਹੀਂ ਹੈ, ਉੱਥੇ ਚਲੇ ਜਾਈਏ ਕਿੱਦਾਂ ਸਾਡੀ ਦੂਰੀ ਘਟੇਗੀ? ਫਿਰ ਉਹਦੀ ਕੋਈ ਜਾਤ ਨਹੀਂ, ਕੋਈ ਪਾਤ ਨਹੀਂ, ਚੱਕਰ ਚਿੰਨ੍ਹ ਵਰਨ ਰੂਪ ਰੰਗ ਕੁਛ ਵੀ ਨਹੀਂ ਹੈ। ਨੇੜਤਾ ਕਿਵੇਂ ਬਣੇਗੀ? ਜੇ ਨੇੜਤਾ ਨਹੀਂ ਬਣਦੀ ਤਾਂ ਪਰਾਇਆਪਨ ਕਿੱਦਾਂ ਖਤਮ ਹੋਊਗਾ? ਬੰਦਾ ਜਿੱਥੇ ਮਰਜੀ ਹੋਵੇ, ਅਗਰ ਨੇੜਤਾ ਹੈ ਤਾਂ ਪਰਾਇਆਪਨ ਨਹੀਂ ਰਹਿੰਦਾ। ਪਰਾਇਆਪਨ ਨਹੀਂ ਰਹਿੰਦਾ, ਆਪਣਾਪਨ ਹੋ ਜਾਂਦਾ। ਹੁਣ ਨੇੜਤਾ ਬਣਾਉਣ ਦੇ ਵਾਸਤੇ ਸਾਡੇ ਕੋਈ ਸ਼ਬਦ ਨੇ। ਆ ਬੋਲਬਾਣੀ ਦੇ ਨਾਲ ਹੀ ਨੇੜਤਾ ਬਣਦੀ ਆ। ਦੂਰੀਆਂ ਘਟਦੀਆਂ ਜਦੋਂ ਆਪਾਂ ਇੱਕ ਦੂਜੇ ਨਾਲ ਬੋਲਬਾਣੀ ਕਰਦੇ, ਬੋਲ ਚਾਲ ਕਰਦੇ ਹਾਂ,
ਤੇ ਉਸ ਵਿੱਚ ਸ਼ਬਦਾਂ ਦੀ ਸਾਂਝ ਹੁੰਦੀ ਆ ਇੱਕ ਦੂਜੇ ਦੇ ਨਾਲ, ਉਹ ਫਿਰ ਨੇੜਤਾ ਬਣਦੀ ਹੈ। ਜਦੋਂ ਹੀ ਸ਼ਬਦਾਂ ਦੀ ਸਾਂਝ ਪਈ ਤੇ ਉਹ ਪਰਾਇਆਪਨ ਖਤਮ ਹੋ ਗਿਆ, ਦੂਰੀਆਂ ਘਟ ਗਈਆਂ, ਆਪਣਾ ਆਪਣਾ ਲੱਗਣ ਲੱਗ ਪੈਂਦਾ। ਇਹੋ ਹੀ ਕਾਰਨ ਹੈ ਵੀ ਗੁਰੂ ਸਾਨੂੰ ਉਪਰਾ ਲੱਗਦਾ, ਗੁੱਜਾ ਗੁਰੂ ਤੋਂ ਭੈ ਆ ਰਿਹਾ। ਇਹ ਦੇਖੋ ਭੈ ਵੀ ਦੋ ਤਰ੍ਹਾਂ ਦਾ। ਇੱਕ ਤਾਂ ਭੈ ਹੁੰਦਾ ਬੰਦਾ ਕਹਿੰਦਾ ਵੀ ਮੈਨੂੰ ਕਿੱਦਾਂ ਬੁਲਾਵਾਂ, ਇਹਨੂੰ ਮੈਂ ਜਾਣਦਾ ਵੀ ਹੈ ਨਹੀਂ, ਮੈਂ ਕਿੱਦਾਂ ਬੁਲਾਵਾਂ, ਉਹ ਡਰ ਜਿਹਾ ਬਣਿਆ ਰਹਿੰਦਾ। ਸੋ ਇੱਕ ਜਿਹੜਾ ਭੈ ਹੁੰਦਾ, ਇੱਕ ਭੈ ਹੁੰਦਾ ਮਨ 'ਚ ਡਰ ਜਿਹਾ ਬਣਿਆ ਹੁੰਦਾ ਵੀ ਇਹ ਜਿਹਨੂੰ ਬੁਲਾ ਲਿਆ ਕੁਛ ਕਹਿ ਨਾ ਦੇਵੇ, ਉਹਦੀ ਤਾਕਤ ਦਾ ਡਰ ਬਣਿਆ ਮਨ ਦੇ ਵਿੱਚ, ਹੈ ਨਾ, ਵੀ ਇਹ ਕਿਸੇ ਦਾ ਨਾਲ ਵੀ ਸਹੀ ਨਹੀਂ ਵਰਤਦਾ। ਇੱਕ ਭੈ ਹੁੰਦਾ ਅਦਬ ਸਤਿਕਾਰ ਰੱਖਿਆ ਹੋਇਆ ਮਨ ਦੇ ਵਿੱਚ, ਅਦਬ ਹੈ, ਸਤਿਕਾਰ ਹੈ। ਸੋ ਇਹ ਜਿਹੜਾ ਭੈ ਇਹ ਠੀਕ ਹੈ, ਅਦਬ ਰੱਖਣਾ, ਸਤਿਕਾਰ ਰੱਖਣਾ। ਸੋ ਇਹਦੇ ਨਾਲ ਬੜੀ ਨੇੜਤਾ ਬਣਦੀ ਹੈ। ਜਿਹੜਾ ਇਹ ਅਦਬ ਦਾ ਭੈ ਆ, ਇਹਦੇ ਵਿੱਚ ਸਤਿਕਾਰ ਹੈ, ਇਹਦੇ ਵਿੱਚ ਆਪਣਾਪਨ ਬਹੁਤ ਛੇਤੀ ਆਉਂਦਾ, ਇਹਦੇ ਬੜੀ ਛੇਤੀ ਆਪਣਾ, ਦੂਰੀਆਂ ਸਾਰੀਆਂ 'ਚ ਖਤਮ ਹੋ ਜਾਂਦੀਆਂ। ਅਤੇ ਗੁਰੂ ਦੇ ਨਾਲ ਸਾਡਾ ਜਿਹੜਾ ਨਾ ਆਪਣਾਪਨ ਹੋਣਾ ਚਾਹੀਦਾ, ਬੇਗਾਨਾਪਨ ਨਹੀਂ ਚਾਹੀਦਾ। ਕਿਉਂਕਿ ਮਹਾਰਾਜ ਕਹਿੰਦੇ ਗੁਰਦੇਵ ਮਾਤਾ ਗੁਰਦੇਵ ਪਿਤਾ, ਮਹਾਰਾਜ ਕਹਿੰਦੇ ਜਾ ਕਾ ਮੀਤ ਸਾਜਨ ਹੈ ਸਮਿਆ ਤਿਸ ਜਨ ਕੋ ਕਾ ਕੀ ਕਮੀਆਂ। ਜਿਹਨੇ ਗੁਰੂ ਨੂੰ ਮਿੱਤਰ ਬਣਾ ਲਿਆ ਉਹਨੂੰ ਸੱਚਮੁੱਚ ਕਿਸੇ ਚੀਜ਼ ਦੀ ਕਮੀ ਨਹੀਂ ਰਹਿ ਜਾਂਦੀ। ਅਤੇ ਫਿਰ ਗੁਰੂ ਦੇ ਨਾਲ ਤਾਂ ਨੇੜਤਾ ਬਣਨੀ ਚਾਹੀਦੀ ਨਾ, ਆਪਣਾਪਨ ਹੋਣਾ ਚਾਹੀਦਾ, ਬੇਗਾਨਾਪਨ ਨਹੀਂ ਚਾਹੀਦਾ। ਜੇ ਗੁਰੂ ਦੇ ਨਾਲ ਬੇਗਾਨਾਪਨ ਹੈ ਅਤੇ ਗੁਰੂ ਕੋਲੋਂ ਸਾਨੂੰ ਮੰਗਣਾ ਵੀ ਨਹੀਂ ਆਵੇਗਾ, ਮੰਗਣਾ ਹੀ ਨਹੀਂ ਆਉਣਾ ਵੀ ਕਿੱਦਾਂ ਮੰਗੀਦਾ। ਜੇ ਗੁਰੂ ਦੇ ਨਾਲ ਆਪਣਾਪਨ ਹੈ ਨਾ, ਮਹਾਰਾਜ ਨੇ ਬਾਣੀ 'ਚ ਇੱਕ ਵਾਰ ਨਹੀਂ ਕਈ ਵਾਰੀ ਜ਼ਿਕਰ ਕੀਤਾ। ਹੁਣ ਮੇਰਾ ਸਤਿਗੁਰੂ ਦਾ ਕੀ ਮਤਲਬ ਹੈ? ਮੇਰਾ ਸਤਿਗੁਰ ਰਖਵਾਲਾ ਹੋਏ, ਇੱਥੇ ਆਪਣਾਪਨ ਹੈ, ਬੇਗਾਨਾਪਨ ਨਹੀਂ ਹੈ। ਫਿਰ ਆਪਣਾ ਗੁਰੂ ਧਿਆਏ, ਇਹਦਾ ਕੀ ਮਤਲਬ ਹੈ? ਗੁਰੂ ਤਾਂ ਆਪਣਾ, ਜੇ ਕੋਈ ਆਪੋ ਆਪਣਾ ਗੁਰੂ ਹੁੰਦਾ, ਗੁਰੂ ਸਾਰਿਆਂ ਦਾ ਹੀ ਆਪਣਾ, ਪਰ ਜਿਹਨੇ ਸਮਝਿਆ ਉਹਦਾ ਆਪਣਾ ਹੈਗਾ ਤਾਂ ਸਭ ਕੁਝ ਗੁਰੂ ਦਾ ਹੀ ਹੈ। ਅਤੇ ਜਿਹਨੇ ਸਮਝ ਲਿਆ ਉਹਦੇ 'ਚ ਬੇਗਾਨਾਪਨ ਖਤਮ ਹੋ ਗਿਆ। ਉਹ ਜਿੱਦਾਂ ਮਰਜ਼ੀ ਮੰਗ ਲਵੇ। ਹੁਣ ਬੱਚਾ ਪਿਤਾ ਕੋਲੋਂ ਜਦੋਂ ਕੋਈ ਚੀਜ਼ ਮੰਗਦਾ, ਕੋਈ ਅਰਦਾਸ ਨਹੀਂ, ਕੋਈ ਬੇਨਤੀ ਨਹੀਂ, ਸਿੱਧਾ ਦੱਸਦਾ ਮੈਨੂੰ ਆਹ ਚੀਜ਼ ਚਾਹੀਦੀ, ਕਿਉਂਕਿ ਆਪਣਾ ਹੈ। ਸੋ ਠੀਕ ਇਹੋ ਜਿਹਾ ਸਿਸਟਮ ਜਿਹੜਾ ਇਹ ਗੁਰੂ ਦੇ ਨਾਲ ਬਣ ਜਾਂਦਾ। ਅਤੇ ਹੋਣਾ ਸ਼ਬਦਾਂ ਦੇ ਨਾਲ ਹੈ ਨਾ, ਬਾਣੀ ਦੀ ਵਿਚਾਰ ਕਰੋ, ਬੇਗਾਨਾਪਨ ਸਾਰਾ ਖਤਮ ਹੋ ਜਾਣਾ, ਨੇੜਤਾ ਹੋ ਜਾਵੇਗੀ। ਉਹਦੀ ਗੱਲ ਕਰਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੂਰ ਪਰਾਇਓ ਜੀ, ਦੂਰੀਆਂ ਦੇ ਨਾਲ ਪਰਾਇਆਪਨ ਸੀਗਾ, ਜਿਹੜੀ ਦੂਰੀ ਬਣੀ ਹੋਈ ਸੀ। ਪਰ ਜਦੋਂ ਸ਼ਬਦ ਦੇ ਨਾਲ ਸਾਂਝ ਪਈ, ਪਰਾਇਆਪਨ ਖਤਮ ਹੋ ਗਿਆ। ਮਨ ਕਾ ਬਿਰਹਾ, ਉਹ ਜਿਹੜਾ ਪਰਾਇਆਪਨ ਸੀ ਉਹਦੇ ਨਾਲ ਮਨ ਵਿਛੋੜੇ ਵਿੱਚ ਤੜਫਦਾ ਪਿਆ ਸੀਗਾ। ਪਰਾਇਆਪਨ ਸੀ ਨਾ, ਕਰਨਾ ਸੀਗਾ ਮੇਲ, ਮਨ ਵਿੱਚ ਬਿਰਹਾ ਸੀਗਾ, ਕਰਨਾ ਸੀ ਮੇਲ, ਮਨ ਵਿੱਚ ਬਿਰਹਾ ਸੀਗਾ। ਮੇਲ ਕਿੱਦਾਂ ਹੋਵੇ? ਜਦ ਪਰਾਇਆ ਸਮਝਿਆ ਹੋਇਆ ਤਾਂ ਮੇਲ ਕਿੱਦਾਂ ਹੋਵੇ? ਮੇਲ ਤਾਂ ਆਪਣਿਆਂ ਨਾਲ ਹੁੰਦਾ, ਮੇਲ ਤਾਂ ਆਪਣਿਆਂ ਨਾਲ ਹੁੰਦਾ। ਕਹਿੰਦੇ ਤਾਂ ਮੇਲ ਕੀਓ ਮੇਰਾ ਰਾਜਨ, ਸ਼ਬਦਾਂ ਦੇ ਨਾਲ ਸੋਝੀ ਪਈ। ਜਦੋਂ ਸ਼ਬਦ ਦੀ ਵਿਚਾਰ ਕੀਤੀ, ਫਿਰ ਉਹ ਵਿਛੋੜੇ ਵਾਲਾ ਜਿਹੜਾ ਬਿਰਹਾ ਸੀ ਉਹ ਪੈਦਾ ਹੋਇਆ। ਅੰਦਰ ਲੋਚ ਲੱਗੀ, ਮੇਰਾ ਮਨ ਲੋਚਿਆ ਗੁਰਦਰਸ਼ਨ ਤਾਈਂ। ਫਿਰ ਹੋਰ ਕੁਛ ਵੀ ਚੰਗਾ ਨਹੀਂ ਜਦੋਂ ਲੱਗਦਾ, ਨਾ ਕੁਝ ਖਾਣਾ, ਨਾ ਪੀਣਾ, ਨਾ ਪਹਿਨਣਾ, ਕਿਸੇ ਪਾਸੇ ਮਨ ਨਹੀਂ ਫਿਰ ਕਰਦਾ ਵੀ ਮੈਨੂੰ ਮੇਲ ਚਾਹੀਦਾ। ਫਿਰ ਇਹੋ ਜਿਹਾ ਬਿਰਹਾ ਜਦੋਂ ਪੈਦਾ ਹੁੰਦਾ, ਫਿਰ ਉਹ ਰਾਜਨ ਆਪ ਹੀ ਮੇਲ ਕਰਦਾ। ਕਹਿੰਦੇ ਮੇਲ ਕੀ ਉਹ ਮੇਰੀ ਰਾਜਨ, ਬਿਨ ਸਿਓ ਢੀਠਾ ਅੰਮ੍ਰਿਤ ਉਠਾ, ਸ਼ਬਦ ਲਗੋ ਗੁਰ ਮੀਠਾ। ਸਾਡੇ ਅੰਦਰ ਜਿਹੜਾ ਢੀਠ ਪਾਉਣਾ ਹੈ, ਢੀਠ ਹੀ ਹੈ। ਢੀਠਤਾਈ ਵੀ ਦੋ ਤਰ੍ਹਾਂ ਦੀ ਹੈ। ਇੱਕ ਤਾਂ ਢੀਠਤਾਈ ਹੈ ਵੀ ਬੰਦਗੀ ਨਹੀਂ ਕਰਨੀ, ਜਿੰਨਾ ਮਰਜ਼ੀ ਮੇਰੇ ਕੋਲ ਟਾਈਮ ਵੀ ਹੈ, ਹਾਂਜੀ ਸਾਰਾ ਕੁਛ ਹੈ, ਸਾਧਨ ਵੀ ਹੈਗੇ ਆ, ਪਰ ਬੰਦਗੀ ਨਹੀਂ ਕਰਨੀ, ਬਾਣੀ ਨਹੀਂ ਪੜ੍ਹਨੀ, ਹੋਰ ਗੱਲਾਂ ਕਰੀ ਜਾਣੀਆਂ। ਢੀਠਤਾ ਹੀ ਹੈ, ਹੋਰ ਕੀ ਹੈ। ਉਹ ਮਾੜੀ ਢੀਠਤਾ ਹੀ ਹੈ, ਚੰਗੀ ਢੀਠਤਾ ਹੀ ਥੋੜ੍ਹੀ ਹੈ। ਇੱਕ ਢੀਠਤਾ ਹੁੰਦੀ ਹੈ ਵੀ ਮੰਗੀ ਜਾਣਾ, ਪਾਵੋ ਦਾਨ, ਉਹ ਦਾਨ ਪਾ ਹੀ ਲੈਂਦਾ ਆ। ਢੀਠ ਹੋਏ ਮੰਗੋ, ਜਿਹੜਾ ਮੰਗਣੋਂ ਨਹੀਂ ਹਟਦਾ, ਨਹੀਂ ਮੈਨੂੰ ਚਾਹੀਦਾ, ਮੇਰਾ ਸਰਦਾ ਹੀ ਨਹੀਂ ਕਹਿਣਾ। ਭਿਖਾਰੀ ਦਰ 'ਤੇ ਖੜ੍ਹ ਜਾਵੇ
ਨਹੀਂ ਜੀ ਮੈਨੂੰ ਕੁਛ ਚਾਹੀਦਾ ਹੈ, ਖੜਾ ਆ, ਜਾਂਦਾ ਹੀ ਨਹੀਂ ਦਰ ਤੋਂ। ਮਾਲਕ ਕਹਿੰਦਾ ਵੀ ਇਹਨੂੰ ਕੁਝ ਨਾ ਕੁਝ ਦੇ ਦਿਓ। ਕਹਿੰਦਾ ਉਹ ਜਿਹੜਾ ਕੁਝ ਨਾ ਕੁਝ ਰੱਬ ਵੱਲੋਂ ਤਾਂ ਮਿਲਿਆ ਇੱਕ ਦਾਣਾ ਹੀ ਬੜਾ। ਗੁਰੂ ਦੇ ਦਰ ਤੋਂ ਇੱਕ ਦਾਣਾ ਵੀ ਮਿਲ ਜਾਵੇ ਤੇ ਬੜਾ। ਕਿਣਕਾ ਇੱਕ ਗਿਆਨ ਦਾ ਮਿਲ ਗਿਆ ਤਾਂ ਬੜਾ, ਸੋਝੀ ਮਿਲ ਗਈ ਗੁਰੂ ਦੇ ਦਰ ਤੋਂ। ਗੁਰੂ ਦੇ ਦਰ ਤੋਂ ਜਿਹੜਾ ਢੀਠ ਹੋ ਕੇ ਮੰਗਦਾ ਨਾ ਨਾਮ, ਉਹਨੂੰ ਮਿਲਦਾ। ਅਸੀਂ ਕੀ ਕੁਝ ਨਹੀਂ ਮੰਗਿਆ ਢੀਠ ਹੋ ਕੇ, ਬੜਾ ਕੁਝ ਮੰਗਿਆ। ਮਾਣ ਤਾਣ ਧਨ ਲਖਮੀ ਸੁੱਤ ਦੇ ਸਭ ਕੁਝ ਢੀਠ ਹੋ ਕੇ ਮੰਗਦੇ ਸੀ। ਉਹ ਦਿੰਦਾ, ਸਾਰੇ ਸੰਸਾਰ ਨੂੰ ਦਿੰਦਾ। ਮਹਾਰਾਜ ਕਹਿੰਦੇ ਸਭਨਾ ਜੀਆਂ ਕਾ ਇੱਕ ਦਾਤਾ ਕਹਿੰਦੇ। ਸੋ ਢੀਠ ਹੋ ਕੇ ਹੀ ਮੰਗਣਾ ਪੈਂਦਾ। ਅਸਲ 'ਚ ਜਿਹੜਾ ਬੰਦਾ ਜਦੋਂ ਮੰਗਦਾ ਹੈ ਨਾ, ਉਹਨੂੰ ਢੀਠ ਹੋਣਾ ਹੀ ਪੈਂਦਾ, ਨਹੀਂ ਤਾਂ ਮੰਗ ਹੀ ਨਹੀਂ ਸਕਦਾ। ਬੰਦੇ ਨੂੰ ਢੀਠ ਹੋਣਾ ਪੈਂਦਾ, ਨਹੀਂ ਮੰਗ ਸਕਦਾ। ਜੇ ਢੀਠ ਹੀ ਹੋਣਾ ਤੇ ਗੁਰੂ ਦੇ ਅੱਗੇ ਹੋਣਾ ਚਾਹੀਦਾ। ਜੇ ਢੀਠ ਹੀ ਹੋਣਾ ਫਿਰ ਜ਼ਰੂਰ ਕਿਸੇ ਬੰਦੇ ਦੇ ਅੱਗੇ ਢੀਠ ਹੋਣਾ। ਢੀਠ ਨੂੰ ਫਿਰ ਦਾਤ ਤਾਂ ਮਿਲਦੀ ਹੈ। ਮਹਾਰਾਜ ਹੁਣ ਇੱਥੇ ਕਹਿੰਦੇ ਬਿਨ ਸੇ ਉਹ ਢੀਠਾ, ਜਿਹੜਾ ਸੀ ਆਲਸ ਕਰਦਾ ਸੀ, ਬਾਣੀ ਨਹੀਂ ਸੀ ਪੜ੍ਹਦਾ, ਨਾਮ ਨਹੀਂ ਸੀ ਜਪਦਾ, ਉਹ ਢੀਠ ਪਾਉਣਾ ਖਤਮ ਹੋ ਗਿਆ। ਅੰਮ੍ਰਿਤ ਬੂਠਾ ਉਦਮ ਕਰਨ ਲੱਗ ਪਿਆ ਨਾ। ਹੁਣ ਉਦਮ ਕਰਦਾ, ਬਾਣੀ ਪੜ੍ਹਦਾ, ਨਾਮ ਜਪਦਾ, ਤੇ ਹੁਣ ਅੰਮ੍ਰਿਤ ਵਰਸਦਾ। ਅੰਮ੍ਰਿਤ ਜਿਹੜਾ ਬੂਠਾ ਵਰਸਦਾ ਅੰਮ੍ਰਿਤ ਇਹਦੇ ਅੰਦਰ। ਜਦੋਂ ਇਹਨੇ ਆਲਸ ਛੱਡ ਦਿੱਤਾ, ਜਿੰਨਾ ਚਿਰ ਆਲਸ ਨਹੀਂ ਛੱਡ ਦਿੱਤਾ ਅੰਮ੍ਰਿਤ ਕਿੱਥੋਂ ਲਵੇਗਾ। ਸ਼ਬਦ ਲੱਗੋ ਗੁਰ ਮੀਠਾ, ਇਹ ਅੰਮ੍ਰਿਤ ਕਿੱਦਾਂ ਵਰਸਿਆ? ਜਦੋਂ ਗੁਰੂ ਕਾ ਸ਼ਬਦ ਮਿੱਠਾ ਲੱਗਿਆ। ਸ਼ਬਦ ਮਿੱਠਾ ਲੱਗੂ ਤਾਂ ਵਿਚਾਰੂ, ਜੇ ਮਿੱਠਾ ਹੀ ਨਹੀਂ ਲੱਗਿਆ ਤਾਂ ਕਿਵੇਂ ਵਿਚਾਰੂ? ਵਿਚਾਰ ਕਰਨ ਲੱਗਿਆ ਤੇ ਮਿੱਠਾ ਹੀ ਨਹੀਂ ਲੱਗਿਆ ਤਾਂ ਅੱਗੇ ਕਿੱਦਾਂ ਚੱਲੂ? ਸ਼ਬਦ 'ਚ ਰਸ ਬੜਾ ਹੈ। ਜਿੰਨਾ ਰਸ ਸ਼ਬਦ ਵਿੱਚ ਹੈ, ਇੰਨਾ ਰਸ ਦੁਨੀਆ ਦੇ ਕਿਸੇ ਪਦਾਰਥ ਵਿੱਚ ਨਹੀਂ ਹੈ। ਸੋ ਇਸ ਕਰਕੇ ਜਦੋਂ ਇਹ ਸ਼ਬਦ ਦੀ ਵਿਚਾਰ ਕਰਨ ਲੱਗਦਾ ਫਿਰ ਹਟਦਾ ਨਹੀਂ ਹੈ, ਕਿਉਂਕਿ ਚੰਗਾ ਲੱਗਦਾ। ਉਹ ਥਨ ਚੋਖਤਾ ਮਾਖਨ ਘੂਟਲਾ, ਤਾਂ ਉਹਨੂੰ ਸਵਾਦ ਆਉਣ ਲੱਗ ਪੈਂਦਾ। ਜਿਹਦੀ ਮਨ ਨੂੰ ਲੋੜ ਸੀ ਉਹ ਰਸ ਆਉਣ ਲੱਗ ਪਿਆ, ਉਹ ਸੁੱਖ ਮਿਲਣ ਲੱਗ ਪਿਆ ਜਿਸ ਸੁੱਖ ਨੂੰ ਮਨ ਲੱਭਦਾ ਸੀ। ਅਤੇ ਮਨ ਨੂੰ ਪਤਾ ਹੀ ਨਹੀਂ, ਮਨ ਨੂੰ ਖੁਦ ਨਹੀਂ ਪਤਾ ਸੁੱਖ ਕਾਹਦੇ ਵਿੱਚ ਹੈ। ਸੁੱਖ ਭਾਲੀ ਜਾਂਦਾ, ਦੌੜੀ ਜਾਂਦਾ, ਭਟਕਣਾ ਵਧੀ ਜਾਂਦੀ, ਦੁਨੀਆ ਦੇ ਪਦਾਰਥ ਇਕੱਠੇ ਕਰੀ ਜਾਂਦਾ। ਜਿਹਦੇ ਵਿੱਚ ਸੁੱਖ ਸਮਝਿਆ ਉਹ ਦੁੱਖ ਰੂਪ ਹੋ ਕੇ ਇਹਨੂੰ ਚੰਬੜ ਜਾਂਦਾ, ਫੇਰ ਭੱਜਦਾ। ਪਰ ਜਿਉਂ ਹੀ ਇਹ ਸ਼ਬਦ ਦੇ ਨਾਲ ਜੁੜਦਾ ਹੈ ਅਤੇ ਇਹਨੂੰ ਜਿਹੜਾ ਸੁੱਖ ਮਿਲਦਾ, ਫਿਰ ਉੱਥੋਂ ਨਹੀਂ ਹਿਲਦਾ, ਫਿਰ ਨਹੀਂ ਕਿਸੇ ਪਾਸੇ ਕਹਿੰਦੇ ਜਾਂਦਾ। ਅੰਮ੍ਰਿਤ ਬੂਠਾ ਸ਼ਬਦ ਜਦੋਂ ਇਹਨੂੰ ਮਿੱਠਾ ਲੱਗਾ ਫਿਰ ਅੰਮ੍ਰਿਤ ਵਸਿਆ। ਜਲ ਥਲ ਮੇਹੀਅਲ ਸਰਬ ਨਿਵਾਸੀ, ਹੈਗਾ ਤਾਂ ਰੱਬ ਪਾਣੀ ਵਿੱਚ ਵੀ ਹੈ, ਸੁੱਕੀ ਜਗ੍ਹਾ ਵਿੱਚ ਵੀ ਹੈ। ਆਕਾਸ਼ ਹੈ ਨਾ, ਧਰਤੀ ਅਤੇ ਆਕਾਸ਼ ਦੇ ਵਿਚਕਾਰ ਜਿੰਨਾ ਸਪੇਸ, ਜਿੰਨੀ ਜਗ੍ਹਾ ਆ, ਉਹ ਹਰੇਕ ਜਗ੍ਹਾ 'ਤੇ ਆ। ਧਾਰਮਿਕ ਗ੍ਰੰਥ ਇੰਝ ਹੀ ਕਹਿੰਦੇ ਨੇ, ਬਾਣੀ ਕਹਿ ਰਹੀ ਹੈ ਇਹ ਗੱਲ, ਪਰ ਦਿਸਿਆ ਥੋੜ੍ਹੀ। ਪਾਣੀ ਵਿੱਚ ਤਾਂ ਮੈਨੂੰ ਪਾਣੀ ਦੀਆਂ ਲਹਿਰਾਂ ਦਿਸਦੀਆਂ, ਪਾਣੀ ਵਿੱਚ ਰਹਿਣ ਵਾਲੇ ਜੀਵ ਜੰਤੂ ਦਿਸਦੇ ਪਏ ਆ, ਧਰਤੀ 'ਤੇ ਮਿੱਟੀ ਦਿਸਦੀ ਪਈ ਆ, ਬਨਸਪਤੀ ਦਿਸਦੀ ਪਈ ਆ, ਆਕਾਸ਼ ਵਿੱਚ ਹਵਾ ਦਿਸਦੀ ਪਈ ਆ। ਕਿਉਂ ਨਹੀਂ ਦਿਸਦਾ ਪਿਆ? ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸ ਕਰਕੇ ਕਿ ਤੈਨੂੰ ਗੁਰੂ ਕੇ ਸ਼ਬਦ ਮਿੱਠਾ ਨਹੀਂ ਲੱਗਿਆ, ਤੈਨੂੰ ਬਾਣੀ ਦੀ ਸਮਝ ਨਹੀਂ ਪਈ। ਜਦੋਂ ਮਨ ਨੂੰ ਬਾਣੀ ਦੀ ਸਮਝ ਪੈਂਦੀ ਨਾ, ਮਨ ਨੂੰ ਬਾਣੀ ਮਿੱਠੀ ਲੱਗਦੀ, ਫਿਰ ਇਹ ਕਹਿੰਦਾ ਰਹਿ ਰਿਹਾ ਹੈ। ਪਾਣੀ ਦੇ ਵਿੱਚ ਵੀ ਹੈ, ਧਰਤੀ ਦੇ ਵਿੱਚ ਵੀ ਹੈ, ਸਪੇਸ ਵਿੱਚ ਸਾਰੇ ਪਾਸੇ ਹੈ। ਨਾਨਕ ਰਮਈਆ ਡਿੱਠਾ, ਉਹ ਰਮਿਆ ਹੋਇਆ ਕਰਕੇ ਸਾਨੂੰ ਦੀਦਾ ਨਹੀਂ। ਰਮਿਆ ਹੁੰਦਾ ਮਿਕਸ ਹੋਇਆ, ਜਿੱਦਾਂ ਦੁੱਧ ਦੇ ਵਿੱਚ ਜਿਹੜਾ ਮੱਖਣ ਮਿਕਸ ਹੈ, ਘਿਓ ਮਿਕਸ ਹੈ, ਨਹੀਂ ਦਿਸਦਾ, ਪਰ ਜੁਗਤੀ ਦੇ ਨਾਲ ਕੱਢਿਆ ਜਾਂਦਾ। ਇਸੇ ਤਰ੍ਹਾਂ ਹੀ ਸਾਰੇ ਪਾਸੇ ਪਰਮਾਤਮਾ ਹੈ, ਰਮਿਆ ਹੋਇਆ ਹੈ। ਦਿਸਦਾ ਇਸ ਕਰਕੇ ਨਹੀਂ ਕਿਉਂਕਿ ਅਸੀਂ ਆਤਮਿਕ ਚਿੰਤਨ ਨਹੀਂ ਕਰਦੇ, ਅਸੀਂ ਆਪਣੇ ਆਪ ਨੂੰ ਮੱਥਦੇ ਨਹੀਂ ਹੈ, ਆਪਣੇ ਆਪ 'ਚ ਵਿਚਾਰ ਨਹੀਂ ਕਰਦੇ। ਬਾਣੀ ਲਈਏ, ਬਾਣੀ ਦੀ ਵਿਚਾਰ ਕਰੀਏ ਅਤੇ ਸਾਨੂੰ ਸੋ ਕਿਵੇਂ ਰਮਿਆ, ਕਿਵੇਂ ਸਾਰਾ ਕੁਝ ਕਹਿੰਦੇ ਉਹ ਦਿਸਣਾ ਸ਼ੁਰੂ ਹੋ ਜਾਂਦਾ ਹੈ। ਮਹਾਰਾਜ ਨੇ ਕਿਰਪਾ ਕੀਤੀ, ਪਾਵਨ ਉਪਦੇਸ਼ ਬਖਸ਼ਿਆ।
ਗੁਰੂ ਕਿਰਪਾ ਕਰੇ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓਂਕਾਰ ਸਤਿਗੁਰੂ ਪ੍ਰਸਾਦ। ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿ ਛੇਤੀ ਮਨ ਬੁਝੀਆਂ ਵਧਾਈਆਂ। ਰਾਗ ਰਤਨ ਪਰਵਾਰ ਪੁਰੀਆਂ ਸ਼ਬਦ ਗਾਵਣੇ ਆਈਆਂ। ਸ਼ਬਦੋ ਤਾਂ ਗਾਵੋ ਹਰੀ ਖੇਰਾ ਮਨ ਜਨੀ ਬਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹਾਂ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ। ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਣਾ। ਸਭਨਾ ਗੱਲਾਂ ਸਮਰਾ ਸੁਆਮੀ ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ। ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ। ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ। ਸਾਚਾ ਨਾਮ ਮੇਰਾ ਆਧਾਰ। ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੌਰ ਵਟੋਂ ਜਿਸ ਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੇ। ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ। ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਰ ਜਿਨ ਕਉ ਸੇ ਨਾਮ ਹਰ ਕੇ ਲਾਗੇ। ਕਹਿ ਨਾਨਕ ਤੈਸ ਹੋਆ ਤਿਤ ਘਰ ਅਨਹਦ ਵਾਜੇ। ਆਨੰਦ ਸੁਣੋ ਵਡ ਭਾਗਿਓ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ। ਦੋਹਰੋ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ। ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਸੁਣ ਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਹੈ ਅਰਦਾਸ ਜੀਓ ਪਿੰਡ ਸਭ ਤੇ। ਤੁਮ ਮਾਤ ਪਿਤਾ ਹਮ ਬਾਰਕ ਤੇਰੇ। ਤੁਮਰੀ ਕਿਰਪਾ ਮਹਿ ਕੋਇ ਨ ਜਾਣੈ। ਤੁਮਰਾ ਅੰਤ ਉਚੇ ਤੇ ਉੱਚਾ ਭਗਵੰਤ। ਸਗਲ ਸਮਗਰੀ ਤੁਮਰਾ ਸੂਤਰ ਧਾਰੀ। ਤੁਮਰੀ ਗਤ ਮਿਤ ਤੁਮ ਹੀ ਜਾਨੀ। ਨਾਨਕ ਦਾਸ ਸਦਾ ਕੁਰਬਾਨੀ। ਵਾਹਿ ਵਾਹਿਗੁਰੂ। ਦਸਵੇਂ ਪਾਤਸ਼ਾਹ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਤਿ ਸਹਾਇ ਦਸਾਂ ਪਾਤਸ਼ਾਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਗਾਥਾ ਦਾ ਤੇ ਅੰਤਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਬ ਪਿਆਰਿਆਂ ਚੌਂ ਸਹਿਜਾਦਿਆਂ 40 ਮੁਕਤਿਆਂ ਇਕੱਠੀਆਂ ਜਪੀਆਂ ਤਪੀਆਂ ਸਿੱਖਾਂ। ਜਿਨ੍ਹਾਂ ਤੇਰਾ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਰ ਵਾਜ ਦੇਖ ਕੇ ਅੰਡ ਕੀਤਾ। ਜਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਜਪਿਆ ਅੰਤਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਹੜਾ ਸਿੰਘਾਂ ਸਿੰਘਣੀਆਂ ਧਰਮ ਕੇ ਸੀ ਜਿੱਤੇ ਮਨ ਮਨ ਕਮਾਈ ਹੋਈਆਂ ਚੱਕੜੀਆਂ ਤੇ ਚੜੇ ਤਨਾਰਿਆਂ ਨਾਲ ਜਵਾਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਪਰਮਾਤਮਾ ਸਿੱਖੀ ਸਿੱਧ ਕੀਸਾ ਸਵਾਸਾਂ ਨਾਲ ਨਿਭਾਇਆ। ਜਿਨ੍ਹਾਂ ਸੋਸ਼ੀ ਦਾ ਕਮਾਈ ਜਪਿਆ ਅੰਤਰ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਵਾਹਿਗੁਰੂ।
ਵਾਹਿਗੁਰੂ। ਸਿੱਖਾਂ ਨੂੰ ਬਖਸ਼ੋ ਜੀ ਸਿੱਖੀ ਦਾਨ ਦੀ ਇਸਲਾਮ ਰਹਿਤ ਦਾਨ ਵਿਵੇਕ ਦਾਨ ਸਾਧ ਦਾਨ ਗੁਰਸਾ ਦਾਨ ਦਾਨ ਸਿੱਖਾਂ ਨਾਮ ਦਾਨ। ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੰਗੀਆਂ ਝੰਡੇ ਹੋਗੇ ਕੋਈ ਪ੍ਰਕਾਰ ਪਰਮ ਕਾਜੇ ਕਾਰ ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੂੰ ਮਨ ਜੀ ਮਤ ਪਤ ਤੇਰਾ ਤੇਰਾ ਸਜੀ ਦਿਵਾਣਾ ਅੰਦਰ ਨਿਤਨੇਮ ਦੀਆਂ ਬਾਣੀਆਂ ਤੇ ਜਾਪ ਹੋਏ ਆਸਨ ਦੀ ਬਾਤ ਦੀ ਸ਼ਬਦ ਦੀ ਵਿਚਾਰ ਆਨੰਦ ਸਾਹਿਬ ਦੀਆਂ ਛੇ ਪੌੜੀਆਂ ਤੇ ਜਾਪ ਹੋਏ ਤੇ ਬਾਣੀ ਦਾ ਮਹਾਨ ਸਾਨੂੰ ਬਖਸ਼ਣਾ ਦਿਲ ਕੋਲ ਲਹਾਰ ਦੇ ਕਾਰ ਭਗਵਾਨ ਕਰਨਾ ਸਰਬੱਤ ਸੰਤਾਂ ਦੀਆਂ ਮਨੋਕਾਮਨਾਵਾਂ ਪੂਰਨ ਸੰਸਾਰ ਬਖਸ਼ੀਆਂ ਦਾਤਾਂ ਜੋ ਬੜਾ ਪ੍ਰਸ਼ਾਦੀ ਜਿਤਨਾ ਹਰ ਗਰੀਬ ਬਾਪ ਸਰਸੋ ਪ੍ਰਾਣ ਲਾਓ ਤੋਂ ਕਰਾਏ ਸੀ ਪ੍ਰਸ਼ਾਦ ਸੰਤਾਂ ਦੇ ਵਰਤੇ ਵਿਸ਼ਵਾਸ ਦਾ ਨਾਮ ਪਾਵਨ ਬਖਸ਼ੋ ਜੀ ਸੰਤਾਂ ਨੂੰ ਦਿਖਾਓ ਕਰੋ ਸਿੰਘ ਪਿਆਰੇ ਵਾਲੇ ਨਾਮ ਪਿਆਰਾ ਨਾਮ ਅਲੀ ਕਲਾ ਤੇਰੇ ਭਾਣੇ ਸਰਬੱਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ। ਜੀ ਕੀ ਫਤਿਹ। ਦੁਰਾ ਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ ਸਿੱਖਨ ਕਾ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਪ੍ਰਭ ਕੋ ਮਿਲ ਬੁਝਾ ਖੋਜ ਸ਼ਬਦ ਮੈਂ ਲੇ ਰਾਜ ਕਰੀ ਦਾ ਖਾਲਸਾ ਆਕੀ ਰਹੇ ਨਾ ਕੋਏ ਵਾਰ ਹੋਏ ਸਭ ਮਿਲਣਗੇ ਬਚੇ ਸ਼ਰਨ ਜੋ ਹੋਏ ਗੁਰੂ ਨਾਮ ਜਹਾਜ ਹੈ ਚੜੇ ਸੋ ਤਰੇ ਪਾਰ ਕਿਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ ਜਾ ਜਾ ਕੇ ਹਾਥ ਮੈਂ ਕਲਗੀ ਸੋਹੈ ਸੀਸ ਹਰੀ ਰਛਿਆ ਕਰੇ ਗੁਰ ਕਰ ਗੀਤਾਰ ਜਗਦੀਸ਼। ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਤੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ ਮਿਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਵਖਾਨਾ ਸੋ ਕਾਹੂ ਟਲ ਗੁਰ ਸੇਵੀਆ ਅਹਨਸ ਸਹਿਜ ਸੁਭਾਈ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝਟੀਐ ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ। ਬਿਲਾਵਲ ਮਹੱਲਾ ਪੰਜਵਾ। ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ ਅਗਣਤ ਗੁਣ ਠਾਕੁਰ ਪ੍ਰਭ ਤੇਰੇ ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ ਅਗਣਤ ਗੁਣ ਠਾਕੁਰ ਪ੍ਰਭ ਤੇਰੇ ਮੋਹਿ ਅਨਾਥ ਤੁਮਰੀ ਸ਼ਰਣਾਈ ਕਰ ਕਿਰਪਾ ਹਰ ਚਰਨ ਧਿਆਈ ਦਇਆ ਕਰੋ ਬਸੋ ਮਨ ਆਏ ਮੋਹਿ ਨਿਰਗੁਣ ਲੀਜੈ ਲੜ ਲਾਏ ਰਹਾਓ ਪ੍ਰਭ ਚਿਤ ਆਵੈ ਤਾਂ ਕੈਸੀ ਪੀੜ ਹਰ ਸੇਵਕ ਨਾਹੀ ਜਮ ਪੀੜ ਸਰਬ ਦੁਖ ਹਰ ਸਿਮਰਤ ਨਸੇ ਜਾ ਕੈ ਸੰਗ ਸਦਾ ਪ੍ਰਭ ਬਸੈ ਪ੍ਰਭ ਕਾ ਨਾਮ ਮਨ ਤਨ ਆਧਾਰ ਬਿਸਰਤ ਨਾਮ ਹੋਵਤ ਤਨ ਸ਼ਾਰ ਪ੍ਰਭ ਚਿਤ ਆਏ ਪੂਰਨ ਸਭ ਕਾਜ
हर बिसरत सब का मोहताज, चरण कमल संग लागी प्रीत, बिसर गई सब दुर्मत रीत। मन तन अंतर हर हर मंत, नानक भगतन कै घर सदा आनंद। मन तन अंतर हर हर मंत, नानक भगतन कै घर सदा आनंद। वाहिगुरु जी का खालसा, वाहिगुरु जी की फतेह। जपो सतनाम 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 जी। वाहिगुरु 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 जी। जपो सतनाम 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 जी। वाहिगुरु 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 जी। वाहिगुरु जी का खालसा, वाहिगुरु जी की फतेह।
परम पुरख देवाद देव ओए परम पुरख ओए परम पुरख देवाद देव भगत हेत नरसिंह पेव ओए परम पुरख